ਪਿਆਰੇ ਵਿਦਿਆਰਥੀਓ, ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ ਦੇ YouTube ਚੈਨਲ 'ਤੇ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੀ 9ਵੀਂ ਸ਼੍ਰੇਣੀ ਦੀ ਪਾਠ ਪੁਸਤਕ ਵੰਨਗੀ ਵਿੱਚੋਂ ਬਸ਼ੀਰਾ ਕਹਾਣੀ ਪੜ੍ਹ ਰਹੇ ਹਾਂ, ਜੋ ਕਿ ਨਵਤੇਜ ਸਿੰਘ ਜੀ ਦੁਆਰਾ ਲਿਖੀ ਗਈ ਹੈ। ਹੁਣ ਤੱਕ ਅਸੀਂ ਇਸ ਵਿੱਚ ਪੜ੍ਹਿਆ ਹੈ ਕਿ ਕਹਾਣੀਕਾਰ ਤੇ ਬਸ਼ੀਰਾ ਦੋਨੋਂ ਪੱਕੇ ਮਿੱਤਰ ਸਨ ਤੇ ਹਰ ਕੋਈ ਉਹਨਾਂ ਦੀ ਦੋਸਤੀ ਤੋਂ ਸੜਦਾ ਸੀ ਤੇ ਕਿਵੇਂ ਉਹ ਹਰ ਕੰਮ ਉਹ ਦੋਵੇਂ ਇਕੱਠੇ ਹੀ ਕਰਦੇ ਸਨ, ਚਾਹੇ ਕੋਈ ਖੇਡ ਦਾ ਕੰਮ ਹੋਵੇ ਜਾਂ ਪੜ੍ਹਾਈ ਦਾ ਕੰਮ ਹੋਵੇ। ਕਹਾਣੀਕਾਰ ਪੜ੍ਹਾਈ ਵਿੱਚ ਬਹੁਤ ਵਧੀਆ ਸੀ ਤੇ ਬਸ਼ੀਰਾ ਫੁੱਟਬਾਲ ਦੀ ਖੇਡ ਵਿੱਚ ਚੰਗਾ ਖਿਡਾਰੀ ਸੀ ਤੇ ਕਿਵੇਂ ਸਾਰੇ ਉਸ ਦੀ ਫੁੱਟਬਾਲ ਦੀ ਖੇਡ ਦੀ ਤਾਰੀਫਾਂ ਕਰਦੇ ਸਨ। ਅੱਜ ਅਸੀਂ ਕਹਾਣੀ ਨੂੰ ਅਗਲੇ ਪੰਨੇ ਵਿੱਚ ਪੜ੍ਹਨ ਜਾ ਰਹੇ ਹਾਂ ਤੇ ਕਹਾਣੀ ਨੂੰ ਸਮਾਪਤ ਕਰਨ ਜਾ ਰਹੇ ਹਾਂ। ਮੇਰੇ ਘਰ ਦੇ ਮੇਰਾ ਜਨਮ ਦਿਨ ਮਨਾਉਂਦੇ ਹੁੰਦੇ ਸਨ। ਇਸ ਦਿਨ ਸਾਡੇ ਕਈ ਰਿਸ਼ਤੇਦਾਰ ਮੁੰਡਿਆਂ ਕੁੜੀਆਂ ਨੂੰ ਮਾਤਾ ਜੀ ਸ਼ਹਿਰੋਂ ਬੁਲਾਉਂਦੇ। ਬੜੇ ਸੋਹਣੇ ਕੱਪੜੇ ਪਾਈ ਇਹ ਸੋਹਣੇ ਮੁੰਡੇ ਤੇ ਸੋਹਣੀਆਂ ਕੁੜੀਆਂ ਆਉਂਦੀਆਂ। ਸੋਹਣੀਆਂ ਸੁਗਾਤਾਂ ਲਈ ਖਿਡੌਣੇ ਮੇਰੇ ਮਨ ਨੂੰ ਲਲਚਾਉਂਦੇ ਸਨ। ਟਾਫੀਆਂ ਤੇ ਚਾਕਲੇਟ ਜਿਨ੍ਹਾਂ ਦੀ ਅਨੋਖੀ ਮਿਠਾਸ ਗਲੇ ਦੀ ਜੀਭ ਵਿੱਚ ਕਿੰਨੀ ਦੇਰ ਜਿਉਂਦੀ ਰਹਿੰਦੀ ਸੀ। ਪਰਿਦੇਸ਼ ਦੀ ਸੈਰ ਕਰਦੀਆਂ ਮੂਰਤਾਂ ਵਾਲੀਆਂ ਕਿਤਾਬਾਂ, ਸੋਹਣੀਆਂ ਕੁੜੀਆਂ ਅੱਖਾਂ ਮਟਕਾ ਕੇ ਅੰਗਰੇਜ਼ੀ ਵਿੱਚ ਗਾਉਣ ਗਾਉਂਦੀਆਂ। ਬਸ਼ੀਰਾ ਝੱਕਦਿਆਂ ਸ਼ਰਮ ਨਾਲ ਦੂਰਾ ਹੋਇਆ ਇੱਕ ਨੁੱਕਰੇ ਬੈਠਾ ਰਹਿੰਦਾ। ਉਹਨੇ ਗਾਉਣਾ ਤਾਂ ਕਿ ਉਹਦੇ ਮੂੰਹ ਗੱਲ ਵੀ ਇਹਨਾਂ ਸਾਹਮਣੇ ਨਹੀਂ ਸੀ ਨਿਕਲਦੀ। ਇਹਨਾਂ ਸਾਹਮਣੇ ਉਹ ਘੱਟ ਹੀ ਕੁਝ ਖਾਂਦਾ ਮਤੇ ਉਹਦੀ ਕਿਸੇ ਗਲਤੀ ਤੇ ਇਹ ਸਭ ਵਲੈਤੀ ਮਠਿਆਈ ਵਾਂਗ ਸੋਹਣੇ ਕਾਗਜ਼ਾਂ ਵਿੱਚ ਵਲੇਟੇ ਹੱਸ ਨਾ ਪੈਣ ਤੇ ਮੈਨੂੰ ਇਹ ਸਾਰੇ ਅੰਗਰੇਜ਼ੀ ਗਾਉਣ ਗਾਉਂਦੀਆਂ ਕੁੜੀਆਂ ਤੇ ਸੁਗਾਤਾਂ ਲੱਦੇ ਮੁੰਡੇ ਚੰਗੇ ਨਾ ਲੱਗਦੇ, ਕਿਉਂਕਿ ਬਸ਼ੀਰਾ ਇਹਨਾਂ ਸਾਹਮਣੇ ਹੱਸਦਾ ਨਹੀਂ ਸੀ। ਹਾਸਾ ਜਿਹਦੇ ਵਿੱਚ ਮੈਨੂੰ ਬਾਸਮਤੀ ਦੇ ਖੇਤਾਂ ਦੀ ਮਹਿਕ ਜਾਪਦੀ ਹੁੰਦੀ ਸੀ, ਕਿਉਂਕਿ ਬਸ਼ੀਰਾ ਇਹਨਾਂ ਸਾਹਮਣੇ ਗਾਉਂਦਾ ਨਹੀਂ ਸੀ। ਗੀਤ ਜਿਨ੍ਹਾਂ ਦੀ ਹੇਕ ਲੰਮੇ ਰੁੱਖਾਂ ਵਾਂਗ ਸੀ। ਇਹਨਾਂ ਸਾਹਮਣੇ ਬਸ਼ੀਰਾ ਕੁਝ ਇੰਜ ਸੁੰਗੜ ਕੇ ਬਹਿੰਦਾ ਕਿ ਉਹਦਾ ਕੱਦ ਵੀ ਛੋਟਾ ਹੋ ਗਿਆ ਜਾਪਦਾ। ਪਿਆਰੇ ਵਿਦਿਆਰਥੀਓ, ਕਹਾਣੀ ਨੂੰ ਅੱਗੇ ਪੜ੍ਹਨ ਤੋਂ ਪਹਿਲਾਂ ਆਓ ਇਸ ਨੂੰ ਵਿਸਥਾਰ ਨਾਲ ਸਮਝੀਏ ਕਿ ਕਿਵੇਂ ਜਦ ਕਹਾਣੀਕਾਰ ਦਾ ਘਰ ਵਿੱਚ ਜਨਮ ਦਿਨ ਮਨਾਇਆ ਜਾਂਦਾ ਸੀ ਤਾਂ ਉਸਦੇ ਮਾਤਾ ਜੀ ਸ਼ਹਿਰੋਂ ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਤੇ ਹੋਰ ਮੁੰਡੇ ਕੁੜੀਆਂ ਨੂੰ ਬੁਲਾਉਂਦੇ ਜੋ ਅੰਗਰੇਜ਼ੀ ਬੋਲਦੇ ਸਨ ਤੇ ਉਹਨਾਂ ਵਿੱਚ ਹੀ ਬਸ਼ੀਰਾ ਆਪਣੇ ਆਪ ਨੂੰ ਕੁਝ ਛੋਟਾ ਜਿਹਾ ਮਹਿਸੂਸ ਕਰਦਾ ਸੀ ਤੇ ਇਹ ਗੱਲ ਕਹਾਣੀਕਾਰ ਨੂੰ ਬਿਲਕੁਲ ਵੀ ਚੰਗੀ ਨਾ ਲੱਗਦੀ। ਉਸ ਨੂੰ ਕੋਈ ਸੁਗਾਤਾਂ ਜਾਂ ਕੁੜੀਆਂ ਮੁੰਡੇ ਚੰਗੇ ਨਾ ਲੱਗਦੇ, ਕਿਉਂਕਿ ਉਹਨਾਂ ਸਾਹਮਣੇ ਬਸ਼ੀਰਾ ਆਪਣੇ ਆਪ ਨੂੰ ਬਹੁਤ ਛੋਟਾ ਜਿਹਾ ਮਹਿਸੂਸ ਕਰਦਾ ਸੀ। ਕਿਉਂਕਿ ਕਹਾਣੀਕਾਰ ਦੀ ਜਾਨ ਬਸ਼ੀਰੇ ਵਿੱਚ ਵਸਦੀ ਸੀ। ਆਓ ਕਹਾਣੀ ਨੂੰ ਅੱਗੇ ਪੜ੍ਹਦੇ ਹਾਂ। ਇਹਨਾਂ ਮੁੰਡਿਆਂ ਕੁੜੀਆਂ ਵਿੱਚੋਂ ਮੈਨੂੰ ਇੱਕ ਕੁੜੀ ਕਾਂਤੀ ਚੰਗੀ ਲੱਗਦੀ ਸੀ, ਕਿਉਂਕਿ ਉਹ ਬਸ਼ੀਰੇ ਨਾਲ ਗੱਲ ਕਰਦੀ ਸੀ ਤਾਂ ਉਹਦੇ ਮੂੰਹ ਮੱਥੇ 'ਤੇ ਕੋਈ ਅਮੀਰੀ ਦੇ ਵੱਟ ਨਹੀਂ ਸੀ ਪੈਂਦੇ ਤੇ ਉਸ ਦੇ ਦਿਲ ਵਿੱਚ ਅੰਗਰੇਜ਼ੀ ਨਹੀਂ ਸੀ ਵਸੀ ਹੁੰਦੀ। ਉਹਨੇ ਮੇਰੇ ਲਈ ਲਿਆਂਦੀਆਂ ਸੁਗਾਤਾਂ ਵਿੱਚੋਂ ਰੰਗ ਬਿਰੰਗੀ ਜਰਸੀ ਬਸ਼ੀਰੇ ਨੂੰ ਵੀ ਦਿੱਤੀ ਸੀ। ਕਾਂਤੀ ਇਸ ਤੋਂ ਮਗਰੋਂ ਜਦ ਵੀ ਹੱਸਦੀ, ਉਹਦੇ ਹਾਸੇ ਵਿੱਚੋਂ ਵੀ ਮੈਨੂੰ ਬਾਸਮਤੀ ਦੇ ਖੇਤਾਂ ਦੀ ਮਹਿਕ ਆਉਣ ਲੱਗ ਪਈ ਸੀ। ਪਿਆਰੇ ਵਿਦਿਆਰਥੀਓ, ਕਿ ਕਿਵੇਂ ਕਹਾਣੀਕਾਰ ਨੂੰ ਆਪਣੇ ਜਨਮ ਦਿਨ 'ਤੇ ਜਿੰਨੇ ਵੀ ਮੁੰਡੇ ਕੁੜੀਆਂ ਆਉਂਦੀਆਂ ਉਹਨਾਂ ਵਿੱਚੋਂ ਇੱਕ ਕਾਂਤੀ ਨਾਂ ਦੀ ਕੁੜੀ ਬੜੀ ਚੰਗੀ ਲੱਗਦੀ ਸੀ। ਕੁੜੀ ਚਾਹੇ ਉਹ ਅਮੀਰ ਸੀ, ਪਰ ਉਸ ਦੇ ਚਿਹਰੇ 'ਤੇ ਅਮੀਰੀ ਦੀ ਬਿਲਕੁਲ ਵੀ ਕੋਈ ਝਲਕ ਨਹੀਂ ਸੀ ਦਿਖਦੀ ਤੇ ਉਹ ਬਸ਼ੀਰੇ ਨਾਲ ਖੁੱਲ੍ਹ ਕੇ ਗੱਲਾਂ ਕਰਦੀ ਸੀ ਤੇ ਬਸ਼ੀਰਾ ਵੀ ਉਸ ਨਾਲ ਗੱਲਾਂ ਕਰਕੇ ਖੁਸ਼ ਹੁੰਦਾ ਸੀ ਤੇ ਕਾਂਤੀ ਜੋ ਵੀ ਕਹਾਣੀਕਾਰ ਲਈ ਸੁਗਾਤ ਲੈ ਕੇ ਆਉਂਦੀ ਉਹ ਬਸ਼ੀਰੇ ਲਈ ਵੀ ਜ਼ਰੂਰ ਲੈ ਕੇ ਆਉਂਦੀ।
ਆਓ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ। ਮੇਰਾ ਕਮਰਾ, ਮੇਰੀ ਅਲਮਾਰੀ, ਮੇਰਾ ਸੰਦੂਕ, ਸਭ ਕੁਝ ਜਨਮਦਿਨ ਦੀਆਂ ਸੁਗਾਤਾਂ ਨਾਲ ਭਰ ਜਾਂਦੇ, ਪਰ ਮੈਨੂੰ ਇਹ ਸਭ ਲੈਣ ਤੋਂ ਵੱਧ ਆਨੰਦ ਆਪਣੇ ਜਨਮਦਿਨ 'ਤੇ ਬਸ਼ੀਰੇ ਨੂੰ ਕੁਝ ਜਾਰੀ ਦੀ ਨਿਸ਼ਾਨੀ ਵਜੋਂ ਦੇਣ ਵਿੱਚ ਆਉਂਦਾ। ਮੈਂ ਇੱਕ ਵਾਰ ਉਹਨੂੰ ਬੜਾ ਵਧੀਆ ਫੁੱਟਬਾਲ ਦਿੱਤਾ। ਫੁੱਟਬਾਲ ਦਾ ਤਾਂ ਉਹ ਮਦਾਰੀ ਸੀ। ਇਹ ਲੈ ਕੇ ਬੜਾ ਖੁਸ਼ ਹੋਇਆ। ਇਹ ਪਹਿਲਾ ਫੁੱਟਬਾਲ ਸੀ ਜਿਹੜਾ ਨਿਰੋਲ ਉਹਦਾ ਆਪਣਾ ਸੀ। ਅਸੀਂ ਬਚਪਨ ਦੀਆਂ ਉਡਾਰੀਆਂ ਵਿੱਚ ਕਈ ਥਾਂ, ਕਈ ਸ਼ਹਿਰ, ਕਈ ਧਰਤੀਆਂ ਉੱਡ ਚੁੱਕੇ ਸਾਂ। ਬਸ਼ੀਰਿਆ, ਅਸੀਂ ਕਾਲਜ ਵਿੱਚ ਵੀ ਇਕੱਠੇ ਪੜ੍ਹਾਂਗੇ ਤੇ ਤੂੰ ਫੁੱਟਬਾਲ ਦੀ ਯੂਨੀਵਰਸਿਟੀ ਟੀਮ ਵਿੱਚ ਚੁਣਿਆ ਜਾਏਗਾ। ਕਿਵੇਂ? ਕਹਾਣੀਕਾਰ ਨੇ ਜੋ ਵੀ ਉਸਨੂੰ ਆਪਣੇ ਜਨਮਦਿਨ 'ਤੇ ਸੁਗਾਤਾਂ ਮਿਲੀਆਂ, ਉਹਨਾਂ ਸੁਗਾਤਾਂ ਨੂੰ ਉਹ ਬਸ਼ੀਰੇ ਨਾਲ ਵੰਡ ਲੈਂਦਾ ਤੇ ਉਹਨਾਂ ਸੁਗਾਤਾਂ ਵਿੱਚੋਂ ਉਸਨੇ ਇੱਕ ਸੁਗਾਤ ਬਸ਼ੀਰੇ ਨੂੰ ਫੁੱਟਬਾਲ ਦੇ ਵਜੋਂ ਦੇ ਦਿੱਤੀ। ਤੇ ਕਿਵੇਂ ਉਸਨੇ ਕਿਹਾ ਕਿ ਅੱਗੇ ਉਹ ਕਾਲਜ ਵਿੱਚ ਵੀ ਇਕੱਠੇ ਹੀ ਪੜ੍ਹਨਗੇ ਤੇ ਉਹ ਕਾਲਜ ਦੀ ਫੁੱਟਬਾਲ ਟੀਮ ਦਾ ਜ਼ਰੂਰ ਚੰਗਾ ਖਿਡਾਰੀ ਬਣੇਗਾ। ਆਓ ਕਹਾਣੀ ਨੂੰ ਅੱਗੇ ਸ਼ੁਰੂ ਕਰਦੇ ਹਾਂ। ਤੇ ਤੇਜ, ਤੂੰ ਬੜੀਆਂ ਕਿਤਾਬਾਂ ਲਿਖੇਗਾ। ਮੇਰਾ ਹਾਲ ਵੀ ਲਿਖੀ ਤੇਰੀਆਂ ਕਿਤਾਬਾਂ ਸਾਰੇ ਲੋਕ ਪੜ੍ਹਿਆ ਕਰਨਗੇ। ਕਿਸੇ ਪਲ ਤੇਰੀ ਕਿਤਾਬ ਵੇਖ ਕੇ ਮੈਂ ਮਾਣ ਨਾਲ ਕਿਹਾ ਕਰਾਂਗਾ, ਇਹ ਮੇਰੇ ਯਾਰ ਤੇਜ ਨੇ ਲਿਖੀ ਏ। ਪਿਆਰੇ ਵਿਦਿਆਰਥੀਓ, ਕਿਵੇਂ ਅੱਗੇ ਬਸ਼ੀਰੇ ਨੇ ਵੀ ਉਸ ਨੂੰ ਕਿਹਾ ਕਿ ਤੂੰ ਵੀ ਜਦੋਂ ਵੱਡਾ ਹੋ ਕੇ ਕਿਤਾਬਾਂ ਲਿਖੇਗਾ ਤਾਂ ਉਸ ਵਿੱਚ ਮੇਰੇ ਬਾਰੇ ਜ਼ਰੂਰ ਲਿਖੇਗਾ। ਤਾਂ ਮੈਂ ਵੀ ਉਹ ਕਿਤਾਬਾਂ ਪੜ੍ਹਦਾ ਸਾਰਿਆਂ ਨੂੰ ਕਹਾਂਗਾ ਕਿ ਇਹ ਮੇਰੇ ਦੋਸਤ ਨੇ ਲਿਖੀ ਹੈ। ਆਓ ਕਹਾਣੀ ਨੂੰ ਅੱਗੇ ਪੜ੍ਹਦੇ ਹਾਂ। ਫਿਰ ਅਸੀਂ ਪ੍ਰਦੇਸ਼ ਦੀ ਇਕੱਠੀ ਸੈਰ ਬਾਰੇ ਸੋਚਦੇ, ਸਮੁੰਦਰ ਦੀਆਂ ਛੱਲਾਂ ਸੁਣਨ ਲੱਗ ਪੈਂਦੀਆਂ ਤੇ ਫਿਰ ਬਸ਼ੀਰਾ ਮੈਨੂੰ ਛੇੜਦਾ। ਜਦੋਂ ਅਸੀਂ ਵਾਪਸ ਦੇਸ਼ ਪਰਤਦਿਆਂ ਜਹਾਜ਼ ਤੋਂ ਉਤਰਾਂਗੇ ਤਾਂ ਅੱਗੇ ਉਹ ਕੁੜੀ ਕਾਂਤੀ ਖਲੋਤੀ ਹੋਏਗੀ। ਉਹ ਤੈਨੂੰ ਹਾਰ ਪਾਵੇਗੀ ਤੇ ਮੈਨੂੰ ਵੀ, ਕਿਉਂਕਿ ਮੈਂ ਤੇਰਾ ਬੇਲੀ ਵਾਂ ਤੇ ਫਿਰ ਤੂੰ ਉਹਦੇ ਨਾਲ ਵਿਆਹ ਕਰ ਲਵੇਂਗਾ। ਪਿਆਰੇ ਵਿਦਿਆਰਥੀਓ, ਕਿਸ ਤਰ੍ਹਾਂ ਕਹਾਣੀਕਾਰ ਤੇ ਬਸ਼ੀਰਾ ਆਪਣੇ ਭਵਿੱਖ ਬਾਰੇ ਸੋਚਦੇ ਦੂਰ ਨਿਕਲ ਜਾਂਦੇ। ਆਓ ਅਗਲੀ ਲਾਈਨ ਵਿੱਚ ਕਹਾਣੀ ਪੜ੍ਹਦੇ ਹਾਂ। ਉਦੋਂ ਪਤਾ ਨਹੀਂ ਕਿਉਂ ਮੇਰੀਆਂ ਲਾਲ ਗੱਲਾਂ ਸੂਈਆਂ ਹੋ ਜਾਂਦੀਆਂ ਸਨ ਤੇ ਮੈਂ ਉਹਨੂੰ ਉੱਤੋਂ ਝਿੜਕਦਾ, ਅਜਿਹੀਆਂ ਗੱਲਾਂ ਨਹੀਂ ਕਰੀਦੀਆਂ, ਮੈਂ ਤੇਰੇ ਨਾਲ ਨਹੀਂ ਬੋਲਣਾ। ਪਰ ਅੰਦਰੋਂ ਇਹ ਗੱਲ ਮੈਨੂੰ ਬੜਾ ਨਿੱਘ ਦਿੰਦੀ ਤੇ ਚੰਗੀ ਲੱਗਦੀ ਹੁੰਦੀ ਸੀ। ਇੱਕ ਦਿਨ ਬਸ਼ੀਰਾ ਸਕੂਲੇ ਨਾ ਆਇਆ, ਫਿਰ ਦੂਜੇ ਦਿਨ ਵੀ ਨਾ। ਮਲੇਰੀਆ ਬੁਖਾਰ ਦਾ ਮੌਸਮ ਸੀ। ਮੈਂ ਜਾਤਾ ਤਾਪ ਚੜ੍ਹ ਗਿਆ ਹੋਣਾ ਸੂ। ਉਹਦਾ ਪਿੰਡ ਮੇਰੇ ਤੋਂ 3 ਕੋਹ 'ਤੇ ਸੀ ਤੇ ਨਾਲ ਮੈਂ ਵੀ ਕੁਝ ਢਿੱਲਾ ਮੱਠਾ ਸਾਂ। ਆਪੇ ਪਤਾ ਕਰਨ ਨਾ ਜਾ ਸਕਿਆ। ਹੋਰ 5-7 ਦਿਨ ਲੰਘ ਗਏ। ਮੈਂ ਉਡੀਕਦਾ ਰਿਹਾ ਪਰ ਬਸ਼ੀਰਾ ਫਿਰ ਵੀ ਨਾ ਆਇਆ। ਮੈਨੂੰ ਬੜਾ ਫਿਕਰ ਹੋਇਆ। ਨਾਲੇ ਮੈਂ ਉਸ ਬਾਝੋਂ ਕੁਝ ਉੱਧਰ ਵੀ ਗਿਆ ਸਾਂ। ਮੈਂ ਉਹਦੇ ਪਿੰਡ ਚਲਾ ਗਿਆ। ਪਿਆਰੇ ਵਿਦਿਆਰਥੀਓ, ਕਿਸ ਤਰ੍ਹਾਂ ਜਦ ਕਿੰਨੇ ਦਿਨ ਬਸ਼ੀਰਾ ਕਹਾਣੀਕਾਰ ਨੂੰ ਨਾ ਮਿਲਣ ਆਇਆ ਤਾਂ ਕਹਾਣੀਕਾਰ ਬਹੁਤ ਉਦਾਸ ਹੋ ਗਿਆ ਤੇ ਉਹ ਉਸ ਤੋਂ ਉੱਧਰ ਗਿਆ ਤੇ ਉਸਨੇ ਉਸਦੇ ਪਿੰਡ ਆਪੇ ਜਾਣ ਬਾਰੇ ਸੋਚਿਆ। ਆਓ ਅੱਗੇ ਕਹਾਣੀ ਸ਼ੁਰੂ ਕਰਦੇ ਹਾਂ। ਬਾਹਰਵਾਰ ਚਰਾਂਦ ਵਿੱਚ ਹੀ ਬਸ਼ੀਰਾ ਇੱਕ ਮੱਝ ਚਰਾਂਦਾ ਮਿਲ ਪਿਆ। ਮੈਂ ਉਹਨੂੰ ਪੁੱਛਿਆ, ਬਸ਼ੀਰਿਆ, ਤੂੰ ਸਕੂਲੇ ਕਿਉਂ ਨਹੀਂ ਆਉਂਦਾ? ਉਹਨੇ ਜਵਾਬ ਦਿੱਤਾ, ਮੇਰੇ ਮੀਏ ਨੇ ਮੱਝ ਖਰੀਦ ਲਈ ਏ। ਮੈਨੂੰ ਉਦੋਂ ਉਹਦੀ ਗੱਲ ਸਮਝ ਨਹੀਂ ਸੀ ਆਈ। ਮੀਏ ਨੇ ਮੱਝ ਖਰੀਦ ਲਈ ਏ? ਮੱਝ ਦਾ ਜੋੜ ਮੇਰੀ ਦੁਨੀਆ ਵਿੱਚ ਦੁੱਧ ਲੱਸੀ ਨਾਲ ਹੀ ਸੀ। ਪਰ ਬਸ਼ੀਰੇ ਦੀ ਦੁਨੀਆ ਵਿੱਚ ਅਤੇ ਕਿੰਨੇ ਹੀ ਹੋਰ ਲੋਕ ਇਸ ਦੁਨੀਆ ਵਿੱਚ ਵਸਦੇ ਹਨ ਜਿਨ੍ਹਾਂ ਲਈ ਮੱਝ ਦਾ ਜੋੜ ਦੁੱਧ ਪੀਣ ਨਾਲ ਨਹੀਂ, ਘਰ ਦੇ ਗੁਜ਼ਾਰੇ ਖਾਤਰ ਠੇਕੇਦਾਰ ਕੋਲ ਸਾਰਾ ਦੁੱਧ ਵੇਚ ਦੇਣ ਨਾਲ ਸੀ। ਸਿੱਪੀ ਦੁੱਧ ਲਈ ਤਰਸਣ ਨਾਲ ਸੀ। ਸਕੂਲੋਂ ਹਟਣ ਤੇ ਬੇਲੀਆਂ ਨਾਲੋਂ ਵਿਛੜਨ ਨਾਲ ਸੀ। ਪਿਆਰੇ ਵਿਦਿਆਰਥੀਓ, ਕਿਸ ਤਰ੍ਹਾਂ ਜਦ ਕਹਾਣੀਕਾਰ ਨੇ ਬਸ਼ੀਰੇ ਨੂੰ ਇਹ ਪੁੱਛਿਆ
ਕਿ ਉਹ ਇੰਨੇ ਦਿਨ ਸਕੂਲ ਕਿਉਂ ਨਹੀਂ ਆ ਰਿਹਾ, ਤਾਂ ਉਸ ਨੇ ਕਾਰਨ ਦੱਸਿਆ ਕਿ ਉਹਨਾਂ ਨੇ ਮੱਝ ਖਰੀਦ ਲਈ ਹੈ, ਜਿਸ ਕਾਰਨ ਉਸ ਨੂੰ ਹੀ ਸਾਰਾ ਉਸ ਦਾ ਧਿਆਨ ਰੱਖਣਾ ਪੈ ਰਿਹਾ ਹੈ। ਪਿਆਰੇ ਵਿਦਿਆਰਥੀਓ, ਸਾਡੇ ਸਮਾਜ ਵਿੱਚ ਅਨੇਕਾਂ ਹੀ ਵਛੀਰੇ ਵਰਗੇ ਮੁੰਡੇ ਹਨ ਜਿਨ੍ਹਾਂ ਨੂੰ ਪੜ੍ਹਾਈ ਵਿੱਚ ਹੀ ਛੱਡਣੀ ਪੈਂਦੀ ਹਨ, ਕਿਉਂਕਿ ਉਹਨਾਂ ਨੂੰ ਆਪਣੇ ਪਰਿਵਾਰ ਦੀਆਂ ਆਰਥਿਕ ਔਕੜਾਂ ਵਾਸਤੇ ਕੁਝ ਨਾ ਕੁਝ ਕਮਾਉਣਾ ਪੈਂਦਾ ਹੈ। ਤੇ ਇਸ ਤਰ੍ਹਾਂ ਹੀ ਵਛੀਰੇ ਨਾਲ ਵੀ ਹੋਇਆ। ਆਓ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ। ਵਛੀਰਿਆ, ਉਹ ਫੁੱਟਬਾਲ ਜਿਹੜਾ ਮੈਂ ਤੈਨੂੰ ਦਿੱਤਾ ਸੀ, ਉਹ ਤੇਰਾ ਪਹਿਲਾ ਤੇ ਅਖੀਰਲਾ ਫੁੱਟਬਾਲ ਸੀ। ਸ਼ਾਇਦ ਹਾਲੇ ਵੀ ਉਹ ਸੁੰਗੜਿਆ ਹੋਇਆ ਤੇਰੇ ਦਿਲ ਦੀ ਕਿਸੇ ਨੁੱਕਰੇ ਅਡੋਲ ਪਿਆ ਹੋਣਾ ਏ। ਤੇਰੇ ਪੈਰਾਂ ਵਿੱਚ ਕਿੱਕ ਮਾਰਨ ਦੀ ਸਦਰ ਕੜਵੱਲ ਪਾਉਂਦੀ ਹੋਵੇਗੀ। ਪਿਆਰੇ ਵਿਦਿਆਰਥੀਓ, ਕਿ ਕਿਸ ਤਰ੍ਹਾਂ ਕਹਾਣੀਕਾਰ ਨੇ ਵਛੀਰੇ ਨੂੰ ਫੁੱਟਬਾਲ ਦੀ ਯਾਦ ਦਿਵਾਉਂਦਿਆਂ ਇਹ ਗੱਲ ਆਖੀ। ਆਓ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ। ਵਛੀਰਿਆ, ਮੈਂ ਤੈਨੂੰ ਫੁੱਟਬਾਲ ਤਾਂ ਦਿੱਤਾ, ਪਰ ਮੈਂ ਇਕੱਲਾ ਤੈਨੂੰ ਖੇਡਣ ਦੀ ਵਿਹਲ ਨਹੀਂ ਦੇ ਸਕਦਾ। ਤੂੰ ਕਾਲਜ ਨਾ ਜਾ ਸਕਿਆ, ਯੂਨੀਵਰਸਿਟੀ ਦੀ ਟੀਮ ਵਿੱਚ ਨਾ ਜਾ ਸਕਿਆ। ਮੈਂ ਤੇਰਾ ਯਾਰ ਤੇਜ ਲਿਖਣ ਲੱਗ ਪਿਆ ਹਾਂ। ਚੇਤੇ ਹੀ ਤੂੰ ਕਿਹਾ ਸੀ ਮੇਰਾ ਹਾਲ ਲਿਖੀ। ਮੈਂ ਤੇਰਾ ਹਾਲ ਲਿਖਾਂਗਾ, ਤੇ ਸਿਰਫ ਲਿਖਾਂਗਾ ਹੀ ਨਹੀਂ, ਮੈਂ ਆਪਣੀ ਲੇਖਣੀ ਰਾਹੀਂ ਉਸ ਜ਼ਿੰਦਗੀ ਲਈ ਸੰਗਰਾਮ ਕਰਾਂਗਾ ਜਿਸ ਵਿੱਚ ਠੇਕੇਦਾਰ ਸਾਰਾ ਦੁੱਧ ਨਹੀਂ ਚੁੱਕ ਲਿਜਾਣਗੇ ਤੇ ਵਛੀਰੇ ਦੁੱਧ ਪੀਣਗੇ, ਜਿੱਥੇ ਕਿੱਕ ਮਾਰਨ ਦੀ ਸਦਰ ਸਾਰੀ ਉਮਰ ਕਿਸੇ ਦੇ ਪੈਰਾਂ ਨੂੰ ਕੜਵੱਲ ਨਹੀਂ ਪਾਉਂਦੀ ਰਹੇਗੀ, ਤੇ ਜਿੱਥੇ ਵਛੀਰੇ ਦੇ ਬਾਲ ਮਨ ਦੀਆਂ ਉਡਾਰੀਆਂ ਨੂੰ ਇੱਕ ਸੰਗਲ ਪਾ ਕੇ ਮੱਝ ਦੇ ਕਿੱਲੇ ਨਾਲ ਕੋਈ ਨਹੀਂ ਬੰਨ੍ਹ ਸਕੇਗਾ। ਪਿਆਰੇ ਵਿਦਿਆਰਥੀਓ, ਕਿ ਕਿਸ ਤਰ੍ਹਾਂ ਕਹਾਣੀਕਾਰ ਨੇ ਵਛੀਰੇ ਨੂੰ ਇਹ ਸਭ ਗੱਲਾਂ ਦਾ ਅਹਿਸਾਸ ਦਿਵਾਇਆ ਕਿ ਉਸ ਨੇ ਕਿਹਾ ਕਿ ਜਦ ਉਹ ਵੱਡਾ ਹੋ ਕੇ ਲਿਖੇਗਾ ਤਾਂ ਉਸ ਬਾਰੇ ਜ਼ਰੂਰ ਲਿਖੇਗਾ, ਤੇ ਇਹ ਗੱਲ ਸੱਚ ਵੀ ਸਾਬਤ ਹੋਈ। ਕਹਾਣੀਕਾਰ ਨੇ ਵਛੀਰੇ ਬਾਰੇ ਉਹ ਸਭ ਕੁਝ ਲਿਖਿਆ ਜੋ ਉਹ ਲਿਖਣਾ ਚਾਹ ਰਿਹਾ ਸੀ। ਪਿਆਰੇ ਵਿਦਿਆਰਥੀਓ, ਕਹਾਣੀਕਾਰ ਇਸ ਕਹਾਣੀ ਰਾਹੀਂ ਇਹ ਦੱਸਣ ਦਾ ਯਤਨ ਕਰ ਰਿਹਾ ਹੈ ਕਿ ਵਛੀਰਾ ਸਮਾਜ ਦੀ ਹੇਠਲੀ ਸ਼੍ਰੇਣੀ ਦਾ ਪ੍ਰਤੀਨਿਧ ਪਾਤਰ ਹੈ, ਤੇ ਇੰਝ ਹੀ ਉਹਨਾਂ ਦੇ ਆਸਾ ਭਰੇ ਭਵਿੱਖ ਨੂੰ ਰੁਲਣਾ ਪੈਂਦਾ ਹੈ। ਤੇ ਇਸ ਕਹਾਣੀ ਰਾਹੀਂ ਲੇਖਕ ਸਾਡਾ ਧਿਆਨ ਸਮਾਜ ਦੀ ਇੱਕ ਅਤਿਅੰਤ ਮਹੱਤਵਪੂਰਨ ਬਾਰ ਮਨ ਦੀ ਸਮੱਸਿਆ ਵੱਲ ਦਿਵਾਉਂਦਾ ਹੈ। ਇਸ ਕਹਾਣੀ ਰਾਹੀਂ ਉਹ ਦੱਸਦਾ ਹੈ ਕਿ ਚੰਗੇ ਸਮਾਜ ਵਿੱਚ ਹਰ ਇੱਕ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ। ਆਓ ਹੁਣ ਇਸ ਨਾਲ ਸੰਬੰਧਿਤ ਤੁਹਾਨੂੰ ਕੁਝ ਪ੍ਰਸ਼ਨ ਦੱਸ ਦਈਏ ਜਿਨ੍ਹਾਂ ਨੂੰ ਤੁਸੀਂ ਆਪਣੀ ਕਾਪੀ 'ਤੇ ਲਿਖਣਾ ਹੈ। ਕਹਾਣੀਕਾਰ ਦੇ ਘਰ ਤੇ ਉਸ ਦਾ ਜਨਮ ਦਿਨ ਕਿਵੇਂ ਮਨਾਉਂਦੇ ਸਨ? ਪ੍ਰਸ਼ਨ ਨੰਬਰ 2, ਕਹਾਣੀਕਾਰ ਦਾ ਕਮਰਾ ਤੇ ਅਲਮਾਰੀ ਕਿਸ ਚੀਜ਼ ਨਾਲ ਭਰ ਜਾਂਦੇ ਸਨ? ਪ੍ਰਸ਼ਨ ਨੰਬਰ 3, ਕਹਾਣੀਕਾਰ ਨੂੰ ਕਾਂਤੀ ਕਿਉਂ ਚੰਗੀ ਲੱਗਦੀ ਸੀ? ਪ੍ਰਸ਼ਨ ਨੰਬਰ 4, ਵਛੀਰੇ ਨੂੰ ਕਹਾਣੀਕਾਰ ਨੇ ਨਿਸ਼ਾਨੀ ਵਜੋਂ ਕੀ ਦਿੱਤਾ? ਪ੍ਰਸ਼ਨ ਨੰਬਰ 5, ਵਛੀਰੇ ਦਾ ਪਿੰਡ ਕਹਾਣੀਕਾਰ ਦੇ ਪਿੰਡ ਤੋਂ ਕਿੰਨਾ ਕੁ ਦੂਰ ਸੀ? ਉਸ ਤੋਂ ਬਾਅਦ ਖਾਲੀ ਸਥਾਨ ਭਰੋ। ਕਾਂਤੀ ਦੇ ਮੂੰਹ ਮੱਥੇ ਤੇ ਕੋਈ ਡੈਸ਼ ਦੇ ਵੱਟ ਨਹੀਂ ਸਨ। ਸਹੀ ਸ਼ਬਦ ਚੁਣ ਕੇ ਖਾਲੀ ਸਥਾਨ ਵਿੱਚ ਭਰਨਾ ਹੈ। ਵਛੀਰੇ ਨੂੰ ਸੁਗਾਤ ਵਜੋਂ ਰੰਗ ਬਿਰੰਗੀ ਡੈਸ਼ ਦਿੱਤੀ। ਸਹੀ ਸ਼ਬਦ ਚੁਣ ਕੇ ਖਾਲੀ ਸਥਾਨ ਵਿੱਚ ਭਰਨਾ ਹੈ। ਉਸ ਤੋਂ ਬਾਅਦ ਵਾਕ ਬਣਾਓ। ਫੁੱਟਬਾਲ, ਸ਼ਹਿਰ। ਤੰਦਰੁਸਤ ਰਹੋ, ਸੁਰੱਖਿਅਤ ਰਹੋ।